सत श्री अकाल एसपी सिंह जी। यस मैम, चलो आप टेस्ट शुरू करते हैं फटाफट। टॉपिक है आज अपना इलेक्शन एंड रिप्रेजेंटेशन। सब तो पहले फर्स्ट क्वेश्चन है, भारत ਦੇ ਚੋਣ ਕਮਿਸ਼ਨਰ ਨੂੰ ਦੋ ਹੋਰ ਚੋਣ ਕਮਿਸ਼ਨਰ ਕਦੋਂ ਮਿਲੇ ਸੀ? ਭਾਰਤ ਦੇ ਚੋਣ ਕਮਿਸ਼ਨ ਨੂੰ ਦੋ ਹੋਰ ਚੋਣ ਕਮਿਸ਼ਨਰ ਕਦੋਂ ਮਿਲੇ ਸੀ? ਪਹਿਲੇ ਦਾ, ਹਾਂ ਗੁੱਡ ਮਾਰਨਿੰਗ ਸਾਰਿਆਂ ਨੂੰ, ਗੁੱਡ ਮਾਰਨਿੰਗ। ਪਹਿਲੇ ਦਾ ਬੱਚੇ, ਪਹਿਲੇ ਦੀ ਦੂਜੀ ਆਪਸ਼ਨ 1989 1999 ਦੇ ਵਿੱਚ। ਦੂਜਾ, ਇੰਟਰਨੈਟ ਵੋਟਿੰਗ ਲਈ ਜਾਣਿਆ ਜਾਣ ਵਾਲਾ ਪਹਿਲਾ ਭਾਰਤੀ ਰਾਜ ਕਿਹੜਾ ਸੀ? ਇੰਟਰਨੈਟ ਵੋਟਿੰਗ ਦੇ ਲਈ ਜਾਣਿਆ ਜਾਣ ਵਾਲਾ ਪਹਿਲਾ ਭਾਰਤੀ ਰਾਜ ਕਿਹੜਾ ਹੈ? ਹਾਂ ਗੁੱਡ ਮਾਰਨਿੰਗ ਅਮਨ ਜੀ। ਦੂਸਰੇ ਦਾ, ਕੁਐਸਚਨ ਨੰਬਰ ਸੈਕਿੰਡ ਦਾ ਬੱਚੇ, ਪਹਿਲੇ ਦੀ ਦੂਜੀ ਆਪਸ਼ਨ ਦੂਜੇ ਦਾ, ਦੂਜੇ ਦੀ ਫਸਟ ਆਪਸ਼ਨ ਗੁਜਰਾਤ। ਇੰਟਰਨੈਟ ਵੋਟਿੰਗ ਲਈ ਜਾਣਿਆ ਜਾਣ ਵਾਲਾ ਪਹਿਲਾ ਭਾਰਤੀ ਰਾਜ ਕਿਹੜਾ ਸੀ? ਗੁਜਰਾਤ। 3 ਨੰਬਰ, ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈਗਾ ਕਿ ਭਾਰਤੀ ਚੋਣਾਂ ਲੋਕਤੰਤਰੀ ਹਨ? ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈਗਾ? ਤੀਸਰੇ ਦਾ, ਫਟਾਫਟ। ਭਾਰਤ ਦਾ ਚੋਣ ਕਮਿਸ਼ਨ ਸ਼ਕਤੀਸ਼ਾਲੀ ਹੁੰਦਾ? ਹਾਂ, ਸਾਰੀ ਪਾਵਰ ਉਹਦੇ ਕੋਲ ਹੀ ਹੁੰਦੀ ਹੈ, ਉਹਨੇ ਡਿਸਾਈਡ ਕਰਨਾ ਹੁੰਦਾ ਕਦੋਂ ਵੋਟਿੰਗ ਹੋਏਗੀ। 18 ਸਾਲ ਦੀ ਉਮਰ ਦੇ ਹਰੇਕ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਇਹ ਵੀ ਸਹੀ ਹੈ। ਜਿਹੜੀ ਪਾਰਟੀਆਂ ਹਾਰ ਜਾਂਦੀਆਂ ਤੇ ਜਿੱਤਣ ਵਾਲੀ ਪਾਰਟੀਆਂ ਨੂੰ ਸਵੀਕਾਰ ਕਰ ਲੈਂਦੀ, ਉਹਨਾਂ ਨੂੰ ਕਰਨਾ ਹੀ ਪੈਂਦਾ। ਪਹਿਲੀ ਆਪਸ਼ਨ ਗਲਤ ਹੈ, ਭਾਰਤ ਦੇ ਵਿੱਚ ਵਿਸ਼ਵ ਦੇ ਸਭ ਤੋਂ ਵੱਧ ਵੋਟਰ ਨੇ, ਗਲਤ ਗੱਲ ਹੈ। ਆਪਾਂ ਕੋਈ ਐਸਟੀਮੇਸ਼ਨ ਇਸ ਤਰ੍ਹਾਂ ਦਾ ਅੰਦਾਜ਼ਾ ਨਹੀਂ ਲਾ ਸਕਦੇ। ਆਪਾਂ ਆਪਦੀ ਇੰਡੀਆ ਦੀ ਗੱਲ ਕਰ ਰਹੇ ਹਾਂ, ਵਿਸ਼ਵ ਦੀ ਗੱਲ ਕਿੱਥੋਂ ਆ ਗਈ? ਬਹੁਤ ਸਾਰੇ ਦੇਸ਼ ਨੇ ਜਿੱਥੇ ਲੋਕਤੰਤਰੀ ਪ੍ਰਣਾਲੀ ਹੈ ਨਹੀਂ ਗੀ। ਤੀਸਰੇ ਦੀ ਪਹਿਲੀ ਆਪਸ਼ਨ ਇਹ ਸਹੀ ਨਹੀਂ ਹੈਗਾ। ਚੌਥੇ ਦਾ, ਭਾਰਤ ਵਿੱਚ ਹਰ 5 ਸਾਲ ਬਾਅਦ ਡੈਸ਼ ਸੰਸਥਾ ਲਈ ਚੋਣਾਂ ਕਰਵਾਈਆਂ ਜਾਂਦੀਆਂ ਹਨ। ਚੌਥੇ ਦਾ, ਹਰ 5 ਸਾਲ ਬਾਅਦ ਇਹਨਾਂ ਵਿੱਚੋਂ ਕਿਹਦੀ ਚੋਣ ਹੁੰਦੀ ਹੈ? ਚੌਥੇ ਦੀ ਦੂਜੀ ਆਪਸ਼ਨ ਲੋਕ ਸਭਾ ਤੇ ਵਿਧਾਨ ਸਭਾ, ਬਿਲਕੁਲ ਸਹੀ। 5 ਨੰਬਰ, ਸਾਡੇ ਚੋਣ ਕਾਨੂੰਨ ਦੇ ਅਨੁਸਾਰ ਉਮੀਦਵਾਰ ਕੀ ਨਹੀਂ ਕਰ ਸਕਦੇ? ਪੰਜਵੇਂ ਦਾ, ਫਟਾਫਟ ਇੱਕ ਨਜ਼ਰ 'ਚ ਆਨਸਰ ਦਿਆ ਕਰੋ। ਪੰਜਵੇਂ ਦਾ, ਸਾਡੇ ਚੋਣ ਕਾਨੂੰਨ ਦੇ ਅਨੁਸਾਰ ਉਮੀਦਵਾਰ ਕੀ ਨਹੀਂ ਕਰ ਸਕਦੇ? ਵੋਟਰਾਂ ਨੂੰ ਰਿਸ਼ਵਤ ਦੇ ਸਕਦੇ ਆ? ਨਹੀਂ ਦੇ ਸਕਦੇ। ਧਰਮ ਦੇ ਨਾਂ ਤੇ ਉਹਨਾਂ ਨੂੰ ਮਜਬੂਰ ਕਰ ਸਕਦੇ ਆ ਤੁਸੀਂ ਸਾਨੂੰ ਵੋਟ ਪਾਓ? ਨਹੀਂ ਕਰ ਸਕਦੇ। ਠੀਕ ਹੈ, ਲੋਕ ਸਭਾ ਚੋਣ ਲਈ ਕਿਸੇ ਹਲਕੇ ਵਿੱਚ 25 ਲੱਖ ਰੁਪਏ ਤੋਂ ਵੱਧ ਖਰਚਾ ਕਰਨਾ, ਜਾਂ ਵਿਧਾਨ ਸਭਾ ਦੇ ਵਿੱਚ ਹਲਕੇ ਦੇ ਵਿੱਚ 10 ਲੱਖ ਤੋਂ ਇਸ ਤਰ੍ਹਾਂ ਦੀ ਕੋਈ ਲਿਮਿਟ ਨਹੀਂ ਰੱਖੀ ਹੋਏਗੀ। ਠੀਕ ਹੈ, ਸਾਰੇ ਹੀ ਇਹਨਾਂ ਵਿੱਚੋਂ ਸਾਰੇ ਹੀ ਕੀ ਹੈ, ਸਾਡੇ ਚੋਣ ਕਮਿਸ਼ਨ ਦੇ ਅਨੁਸਾਰ ਉਮੀਦਵਾਰ ਕੀ ਨਹੀਂ ਕਰ ਸਕਦੇ? ਇਹਨਾਂ ਵਿੱਚੋਂ ਕੁਝ ਵੀ ਨਹੀਂ ਕਰ ਸਕਦੇ। ਪੰਜਵੇਂ ਦੀ ਡੀ ਆਪਸ਼ਨ। ਛੇਵੇਂ ਦਾ, ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ? ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ? ਛੇਵੇਂ ਦਾ, ਕੁਐਸਚਨ ਨੰਬਰ 6 ਦਾ, ਪ੍ਰੈਜ਼ੀਡੈਂਟ। ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ? ਪੀਐਮ ਕਰਦਾ ਹੈ, ਪ੍ਰਾਈਮ ਮਿਨਿਸਟਰ ਕਰਦਾ ਹੈ ਕਿ ਰਾਸ਼ਟਰਪਤੀ ਕਰਦਾ ਹੈ? बताओ भाई, हजे भी सोच लो। दसो। इलेक्टेड बाय इलेक्शन कमीशन, इलेक्टेड बाय इलेक्शन कमीशन ऑफ इंडिया, अपॉइंटेड बाय। अच्छा, प्रेसिडेंट करता है पीएम की एडवाइस से, बिल्कुल सही, पहली ऑप्शन। ठीक है जी, प्रेसिडेंट करेगा पीएम की एडवाइस से। क्या बात है, बहुत अच्छा। केड़े देश अनुपातक प्रतिनिधित्व प्रणाली की उदाहरण है? केड़ा देश अनुपातक प्रतिनिधित्व प्रणाली की उदाहरण है? 7वें दा, द एग्जाम्पल ऑफ प्रोपोर्शनल रिप्रेजेंटेशन सिस्टम इज। 7वें दा, अनुपातिक प्रतिनिधित्व की प्रणाली, केड़ा देश अनुपातिक प्रतिनिधित्व की प्रणाली की उदाहरण है? विच कंट्री इज द एग्जाम्पल ऑफ प्रोपोर्शनल रिप्रेजेंटेशन सिस्टम इज। 7वें दा बच्चे तीजी ऑप्शन नीदरलैंड। ठीक है, 8 नंबर, अंतिम सूची के ऐलान के विचकार की मियाद के लिए मुहिमां चलदियां ने, उम्मीदवार की अते पोलिंग की मिति कदों निश्चित की जाती है? जदों मुहिम चलदियां ने, कहंदा कैंपेन्स टेक प्लेस फॉर ए पीरियड ऑफ बिटवीन द अनाउंसमेंट ऑफ द फाइनल लिस्ट ऑफ कैंडीडेट एंड द डेट ऑफ पोलिंग। अंतिम सूची के ऐलान के विचकार की मियाद के लिए मुहिमां चलाईयां जांदियां ने, उम्मीदवारां दी अते पोलिंग की मिति कदों निश्चित की जाती है? 8वें दा, फर्स्ट ऑप्शन 2 हफ्ते। ठीक है, 2 हफ्ते दे विच
9 ਨੰਬਰ ਇਹਨਾਂ ਵਿੱਚੋਂ ਕਿਹੜੀ ਬੋਡੀ ਜ਼ਿਲ੍ਹਾ ਅਤੇ ਸਥਾਨਕ ਪੱਧਰ ਦੀਆਂ ਸੰਸਥਾਵਾਂ ਦਾ ਹਿੱਸਾ ਨਹੀਂ ਹਨ? ਇਹਨਾਂ ਵਿੱਚੋਂ ਕਿਹੜੀ ਬੋਡੀ ਜ਼ਿਲ੍ਹਾ ਅਤੇ ਸਥਾਨਕ ਪੱਧਰ ਦੀਆਂ ਸੰਸਥਾਵਾਂ ਦਾ ਹਿੱਸਾ ਨਹੀਂ ਹਨ? 9ਵੇਂ ਦਾ ਕੁਐਸਚਨ ਨੰਬਰ 9 ਦਾ which of these is not a part of district and local level bodies? ਡੀ ਆਪਸ਼ਨ ਲੋਕ ਸਭਾ, ਬਿਲਕੁਲ ਸਹੀ। ਲੋਕ ਸਭਾ ਦੇ ਵਿੱਚ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਕਿੰਨੀ ਹੈ? The number of seat reserved for scheduled caste in the Lok Sabha is 10ਵੇਂ ਦਾ ਬੱਚੇ 10ਵੇਂ ਦੀ ਸੀ ਆਪਸ਼ਨ ਕਹਿ ਰਹੇ ਹੋ, ਗਲਤ ਹੋ ਗਿਆ। 79 89 79 ਚ ਕਨਫਿਊਜ਼ ਹੋ ਗਏ। ਦੂਜੀ ਆਪਸ਼ਨ 79। ਭਾਰਤ ਦੇ ਵਿੱਚ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਘੱਟੋ ਘੱਟ ਕਿੰਨੀ ਉਮਰ ਸੀਮਾ ਹੈ? ਕਿੰਨੀ ਸਾਲ ਦੇ ਬੰਦਾ ਵੋਟ ਪਾ ਸਕਦਾ ਹੈ? 11 ਦਾ ਪਹਿਲੀ ਆਪਸ਼ਨ। ਐਵੇਂ ਫਟਾਫਟ ਜਵਾਬ ਦਿਓ। The electoral system first past the first post is also known as ਚੋਣ ਪ੍ਰਣਾਲੀ ਪਹਿਲਾ ਪਦ ਤੋਂ ਪਹਿਲਾਂ ਵੀ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਕਹਿੰਦਾ ਪਹਿਲਾ ਪਦ ਤੋਂ ਪਹਿਲਾਂ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਫਸਟ ਪਾਸਟ ਦਾ ਪੋਸਟ, ਬੀਤੇ ਸਮੇਂ ਵਾਲੀ ਜਿਹੜੀ ਪਹਿਲਾਂ ਵਾਲੀ ਪੋਸਟ ਹੈ ਇਲੈਕਟੋਰਲ ਸਿਸਟਮ ਦੇ ਵਿੱਚ ਕਿਹੜੇ ਨਾਂ ਨਾਲ ਜਾਣੀ ਜਾਂਦੀ ਹੈ? 12 ਦਾ ਬੱਚੇ 12 ਦੀ ਚੌਥੀ ਆਪਸ਼ਨ ਪਲੂਰੈਲਿਟੀ ਸਿਸਟਮ, ਠੀਕ ਹੈ। ਪਲੂਰੈਲਿਟੀ ਸਿਸਟਮ, ਬਹੁਲਤਾ ਪ੍ਰਣਾਲੀ। ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਦਾ ਮਤਲਬ ਹੁੰਦਾ ਅਨੁਪਾਤਕ ਪ੍ਰਤੀਨਿਧਤਾ। ਡਾਇਰੈਕਟ ਹੋ ਗਈ ਸਿੱਧੀ ਚੋਣ ਪ੍ਰਣਾਲੀ ਤੇ ਸੈਪਰੇਟ ਇਲੈਕਟੋਰਲ ਸਿਸਟਮ ਹੋ ਗਿਆ ਵੱਖਰਾ ਤੇ ਪਲੂਰੈਲਿਟੀ ਦਾ ਮਤਲਬ ਹੋ ਗਿਆ ਬਹੁਲਤਾ ਪ੍ਰਣਾਲੀ। ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਚੋਣ ਪ੍ਰਣਾਲੀ ਬਾਰੇ ਵਰਣਨ ਕੀਤਾ ਗਿਆ ਹੈ? 13 ਦਾ ਕੁਐਸਚਨ ਨੰਬਰ 13 ਦਾ which article in the constitution give provisions for the electoral system in our country? 13 ਦਾ ਦੂਜੀ ਆਪਸ਼ਨ 324 ਤੋਂ 329, ਬਿਲਕੁਲ ਸਹੀ ਹੈ। 14 ਨੰਬਰ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਕਿ ਭਾਰਤੀ ਚੋਣਾਂ ਲੋਕਤੰਤਰ, ਦੇਖੋ ਫਿਰ ਦੁਬਾਰਾ ਆ ਗਿਆ ਕੁਐਸਚਨ। 14 ਦਾ ਹੁਣ ਤਾਂ ਫਟਾਫਟ ਆਨਸਰ ਦਿਓ। ਹਾਂ, ਐਸਪੀ ਸਿੰਘ ਨੇ ਦੇ ਦਿੱਤਾ, ਬਿਲਕੁਲ ਸਹੀ। ਪਹਿਲੀ ਆਪਸ਼ਨ ਭਾਰਤ ਵਿੱਚ ਵਿਸ਼ਵ ਦੇ ਸਭ ਤੋਂ ਵੱਧ ਵੋਟਰ ਹਨ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤਾਂ ਲੋਕਤੰਤਰ ਪ੍ਰਣਾਲੀ ਯਾਨੀ ਕਿ ਆਪਾਂ ਕਿਵੇਂ ਕਹਿ ਸਕਦੇ ਹਾਂ, ਗਲਤ ਹੈ ਪਹਿਲੀ ਆਪਸ਼ਨ। ਕੁਐਸਚਨ ਨੰਬਰ 15 ਪਿਛਲੇ ਕੁਝ ਸਾਲਾਂ ਦੇ ਵਿੱਚ EPIC ਦੀ ਇੱਕ ਨਵੀਂ ਪ੍ਰਣਾਲੀ ਪੇਸ਼ ਕੀਤੀ ਗਈ ਹੈ, ਉਹ ਕਿਹੜੀ ਹੈ? EPIC ਦਾ ਮਤਲਬ ਹੁੰਦਾ ਇਲੈਕਸ਼ਨ ਫੋਟੋ ਆਇਡੈਂਟੀ ਕਾਰਡ। ਇਲੈਕਸ਼ਨ ਫੋਟੋ ਆਇਡੈਂਟੀ ਕਾਰਡ, ਬਸ ਮੈਂ ਬੋਲ ਹੀ ਦਿੱਤਾ, ਲੱਭ ਲੋ ਆਪਸ਼ਨ, ਆਨਸਰ ਹੀ ਬੋਲਤਾ। 15ਵੇਂ ਦਾ ਦੂਜੀ ਆਪਸ਼ਨ ਚੋਣ ਫੋਟੋ ਪਛਾਣ ਪੱਤਰ। ਭਾਰਤ ਵਿੱਚ ਚੋਣਾਂ ਕੌਣ ਕਰਵਾਉਂਦਾ ਹੈ? 16 ਦਾ ਭਾਰਤ ਦੇ ਵਿੱਚ ਚੋਣਾਂ ਕੌਣ ਕਰਵਾਉਂਦਾ ਹੈ? ਹੂ ਕੰਡਕਟ ਦਾ ਇਲੈਕਸ਼ਨਸ ਇਨ ਇੰਡੀਆ। 16 ਦਾ ਬੱਚੇ ਦੂਜੀ ਆਪਸ਼ਨ ਬਿਲਕੁਲ ਸਹੀ, ਚੋਣ ਕਮਿਸ਼ਨ। ਅਹੁਦੇਦਾਰ ਸ਼ਬਦ ਦਾ ਕੀ ਅਰਥ ਹੈ? What do you mean by incumbent? ठीक है, what do you mean by the term incumbent? CUMBENT। ਅਹੁਦੇਦਾਰ ਸ਼ਬਦ ਦਾ ਕੀ ਅਰਥ ਹੈ? 17 ਦਾ ਪਹਿਲੀ ਆਪਸ਼ਨ ਸਿਆਸੀ ਰਾਜਨੀਤਿਕ ਅਹੁਦੇ ਦੇ ਜਿਹੜੇ ਮੌਜੂਦਾ ਰਿਪਰੈਜ਼ੈਂਟੇਟਿਵ ਨੇ, the current holder of a political office। ਕਿਸ ਸੰਵਿਧਾਨਿਕ ਸੋਧ ਦੁਆਰਾ ਵੋਟਿੰਗ ਦੀ ਉਮਰ 21 ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ? 18ਵੇਂ ਦਾ ਦੂਜੀ ਆਪਸ਼ਨ 1988 ਦਾ 61 ਅਮੈਂਡਮੈਂਟ ਦੇ ਤਹਿਤ। 19 ਖੇਤਰੀ ਪ੍ਰਤੀਨਿਧਤਾ ਦਾ ਕੀ ਮਤਲਬ ਹੈ? ਟੈਰੀਟੋਰੀਅਲ ਰਿਪਰੈਜ਼ੈਂਟੇਸ਼ਨ ਮੀਨਸ ਖੇਤਰੀ ਪ੍ਰਤੀਨਿਧਤਾ ਦਾ ਕੀ ਮਤਲਬ ਹੈ? 19ਵੇਂ ਦਾ ਪਹਿਲੀ ਆਪਸ਼ਨ ਕਿਆ ਬਾਤ ਹੈ ਭੂਗੋਲਿਕ ਪ੍ਰਤੀਨਿਧਤਾ। ਵੋਟ ਪਾਉਣ ਦੀ ਘੱਟੋ ਘੱਟ ਉਮਰ 21 ਸਾਲ ਤੱਕ ਸੀ। ਹਾਂ, ਵੋਟ ਪਾਉਣ ਦੀ ਉਮਰ ਘੱਟੋ ਘੱਟ 21 ਸਾਲ ਤੱਕ ਸੀ। the minimum age of voting was 21st year till ਕਦੋਂ ਤੱਕ ਸੀਗੀ? ਕਦੋਂ ਤੱਕ 21 ਸਾਲ ਸੀਗੀ? 20ਵੇਂ ਦਾ ਸੀ ਆਪਸ਼ਨ 1988। ਧਿਆਨ ਰੱਖ ਲੈਣਾ ਕਦੇ ਕਦੇ 1999 ਆਪਸ਼ਨ ਵੀ ਆ ਜਾਂਦੀ ਹੈ। ਆਮ ਚੋਣਾਂ ਵਿੱਚ ਕੀ ਹੁੰਦਾ ਹੈ? ਕੁਐਸਚਨ ਨੰਬਰ 22 what happens in the general elections? ਆਮ ਚੋਣਾਂ ਵਿੱਚ ਕੀ ਹੁੰਦਾ ਹੈ? 22 ਦਾ ਜਲਦੀ ਜਲਦੀ ਆਨਸਰ ਦਿਓ। ਹਾਂ,
मैं क्वेश्चन तो नीचे नजर मारा फोन वाल दा मैनू थोड़ा ऑप्शन दिखे 22 ਦਾ ए ऑप्शन ਚੋਣ ਸਾਰੇ ਹਲਕਿਆਂ ਵਿੱਚ ਇੱਕੋ ਸਮੇਂ ਤੇ ਹੁੰਦੀ ਹੈ ਠੀਕ ਹੈ ਚੋਣਾਂ ਸਾਰੇ ਹਲਕਿਆਂ ਵਿੱਚ ਇੱਕ ਸਾਰੇ ਏਰੀਆ ਦੇ ਵਿੱਚ ਮੰਨ ਲਓ ਹੁਣ ਸ਼੍ਰੀ ਮੁਕਤਸਰ ਸਾਹਿਬ ਹੈ ਹਲਕੇ ਤਾਂ ਵੱਖਰੇ ਵੱਖਰੇ ਨੇ ਜਾਂ ਵੱਖਰੇ ਵੱਖਰੇ ਏਰੀਆ ਨੇ ਵੱਖਰੇ ਵੱਖਰੇ ਸ਼ਹਿਰਾਂ ਨੇ ਠੀਕ ਹੈ ਆਮ ਚੋਣਾਂ ਸਾਰੇ ਇੱਕੋ ਦਿਨ ਹੀ ਹੁੰਦੀਆਂ ਨੇ ਸਟੇਟ ਦੇ ਵਿੱਚ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਪਰ ਹਲਕਿਆਂ ਵਿੱਚ ਇੱਕੋ ਵਰਗੀਆਂ ਇੱਕੋ ਦਿਨ ਹੀ ਹੁੰਦੀਆਂ ਨੇ 23ਵੇਂ ਦਾ The Prevention of Insults to National Honor Act was issued in which year? ਕਹਿੰਦਾ The Prevention of Insult of National Honor Act ਹੈ ਜਿਹੜਾ ਕਿਸ ਸਾਲ ਜਾਰੀ ਕੀਤਾ ਗਿਆ ਸੀ ਕਿਹੜੇ ਸਾਲ ਜਾਰੀ ਕੀਤਾ ਗਿਆ ਸੀ 23 ਦਾ ਦੂਜੀ ਆਪਸ਼ਨ 1971 ਦੇ ਵਿੱਚ ਕੀ ਬਾਤ ਹੈ ਬੜੇ ਗ੍ਰੇਟ ਹੋ ਤੁਸੀਂ ਤਾਂ ਵਰਤਮਾਨ ਦੇ ਵਿੱਚ ਲੋਕ ਸਭਾ ਦੇ ਵਿੱਚ ਸੀਟਾਂ ਅਨੁਸੂਚਿਤ ਕਬੀਲਿਆਂ ਦੇ ਲਈ ਰਾਖਵੀਆਂ ਹਨ ਵਰਤਮਾਨ ਸਮੇਂ ਦੇ ਵਿੱਚ ਲੋਕ ਸਭਾ ਵਿੱਚ ਡੈਸ਼ ਸੀਟਾਂ ਅਨੁਸੂਚਿਤ ਕਬੀਲਿਆਂ ਦੇ ਲਈ ਰਾਖਵੀਆਂ ਹਨ 24 ਦਾ currently in the Lok Sabha dash seats are reserved for the scheduled tribes ਦੇ ਲਈ 24 ਦਾ ਬੱਚੇ C option 47 ਵੋਟਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਹੈ 25 ਦਾ C option ਵੋਟਰ ਸੂਚੀ ਨੂੰ ਕਿਸ ਵਜੋਂ ਜਾਣਿਆ ਜਾਂਦਾ ਹੈ 26 ਦਾ 26 ਦਾ 26 ਦਾ C option ਵੋਟਰ ਸੂਚੀ ਨੂੰ ਕਿਸ ਵਜੋਂ ਜਾਣਿਆ ਜਾਂਦਾ ਹੈ ਵੋਟਰ ਸੂਚੀ ਦੇ ਵਜੋਂ ਹੀ ਇਲੈਕਟੋਰਲ ਰੋਲ ਦੇ ਵਜੋਂ ਜਾਣਿਆ ਜਾਂਦਾ ਹੈ ਠੀਕ ਹੈ ਵੋਟਰ ਲਿਸਟ ਨੂੰ ਇੰਗਲਿਸ਼ ਦੇ ਵਿੱਚ ਕੁਐਸਚਨ ਐਵੇਂ ਬਣੇਗਾ ਵੋਟਰ ਲਿਸਟ ਇਜ਼ ਆਲਸੋ ਨੋਨ ਐਜ਼ ਆਨਸਰ ਬਣੇਗਾ ਇਲੈਕਟੋਰਲ ਰੋਲ ਠੀਕ ਹੈ ਥੈਂਕ ਯੂ ਸੋ ਮਚ ਇਹ ਵਾਲੇ ਟੈਸਟ ਦੇ ਵਿੱਚ ਮੇਰੇ ਨਾਲ ਜੁੜੇ ਰਹਿਣ ਦੇ ਲਈ ਔਰ ਬੜੀ ਗ੍ਰੇਟਨੈਸ ਦੇ ਨਾਲ ਤੁਸੀਂ ਆਨਸਰ ਵੀ ਦਿੱਤਾ ਪਹਿਲੇ ਇੱਕ ਦੋ ਕੁਐਸਚਨਸ ਦੇ ਵਿੱਚ ਥੋੜੀ ਦਿੱਕਤ ਆਈ ਉਸ ਤੋਂ ਬਾਅਦ ਪੂਰੀ ਸਪੀਡ ਸੀ ਕੀ ਬਾਤ ਹੈ ਬਹੁਤ ਅੱਛਾ ਚਲੋ ਹੁਣ ਆਪਾਂ ਅੱਗੇ 17 ਨੰਬਰ ਟੈਸਟ ਕਰਦੇ ਹਾਂ 16 ਨੰਬਰ ਪੂਰਾ ਆ ਗਿਆ ਠੀਕ ਹੈ ਐਗਜ਼ੀਕਿਊਟਿਵ ਹੈ ਅਗਲਾ ਟੈਸਟ ਹੈ ਜਿਹੜਾ ਕਾਰਜਪਾਲਿਕਾ ਜਾਂ ਕਾਰਜਕਾਰੀ 17 ਨੰਬਰ ਇਹਦੇ ਬੇਸਡ ਕੁਐਸਚਨ ਹੋਣਗੇ ਚਲੋ ਸੰਸਦੀ ਕਾਰਜਪਾਲਿਕਾ ਮੀਨਸ ਪਾਰਲੀਮੈਂਟਰੀ ਐਗਜ਼ੀਕਿਊਟਿਵ ਦੇ ਵਿੱਚ ਮੰਤਰੀ ਮੰਡਲ ਕਿਸ ਦੇ ਲਈ ਜ਼ਿੰਮੇਵਾਰ ਹੈ in parliamentary executive council of minister is responsible for executive किस ਦੇ ਲਈ ਜ਼ਿੰਮੇਵਾਰ ਹੈ ਸੰਸਦੀ ਕਾਰਜਪਾਲਿਕਾ ਵਿੱਚ ਮੰਤਰੀ ਮੰਡਲ ਕਿਸ ਦੇ ਲਈ ਜ਼ਿੰਮੇਵਾਰ ਹੈ ਪਹਿਲੇ ਦਾ ਸੀ ਆਪਸ਼ਨ ਸੰਸਦ ਦੇ ਲਈ ਜ਼ਿੰਮੇਵਾਰ ਮੰਤਰੀ ਮੰਡਲ ਸੰਸਦ ਪਾਰਲੀਮੈਂਟ ਦੇ ਲਈ ਜ਼ਿੰਮੇਵਾਰ ਹੈ ਪਹਿਲੇ ਦਾ ਸੀ ਆਪਸ਼ਨ ਪਾਰਲੀਮੈਂਟ ਦੂਜਾ ਕਿਸੇ ਰਾਜ ਦਾ ਰਾਜਪਾਲ ਆਪਣੇ ਕੰਮਾਂ ਦੇ ਲਈ ਕਿਸ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ ਹੁਣ ਜ਼ਿੰਮੇਵਾਰੀ ਨਿਭਾਣੀ ਹੈ ਹੁਣ ਦੱਸਣਾ ਹੈ ਦੂਸਰੇ ਦਾ ਦ ਗਵਰਨਰ ਆਫ ਏ ਸਟੇਟ ਇਜ਼ ਰਿਸਪੌਂਸਿਬਲ ਫॉर ਹਿਸ ਐਕਟਸ ਟੂ ਕਹਿੰਦਾ ਰਾਜ ਦਾ ਰਾਜਪਾਲ ਆਪਦੇ ਕੰਮਾਂ ਦੇ ਲਈ ਕਿਹਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ ਦੂਜੇ ਦਾ ਸੀ ਆਪਸ਼ਨ ਰਾਸ਼ਟਰਪਤੀ ਦੇ ਬਿਲਕੁਲ ਸਹੀ 3 ਨੰਬਰ ਰਾਜ ਪ੍ਰਮੁੱਖ ਨੂੰ ਭਾਰਤੀ ਸੰਵਿਧਾਨ ਦੇ ਤਹਿਤ ਕਿਹੜੇ ਐਕਟ ਦੇ ਅਧੀਨ ਹਟਾ ਦਿੱਤਾ ਗਿਆ ਸੀ The appellation Raj Pramukh was omitted from the Raj Pramukh was omitted from the Indian Constitution under the article under the Act which amendment ਤੀਸਰੇ ਦਾ ਕੁਐਸਚਨ ਨੰਬਰ 3 ਦਾ ਸੀ 7ਵੀਂ ਸੋਧ ਐਕਟ 1956 ਰਾਜ ਪ੍ਰਮੁੱਖ ਨੂੰ ਭਾਰਤੀ ਸੰਵਿਧਾਨ ਦੇ ਤਹਿਤ ਕਿਹੜੇ ਐਕਟ ਦੇ ਅਧੀਨ ਹਟਾ ਦਿੱਤਾ ਗਿਆ ਸੀ 7ਵੀਂ ਸੋਧ ਐਕਟ 1956 ਜਨਤਾ ਅਤੇ ਸਰਕਾਰ ਦੇ ਵਿਚਕਾਰ ਕੜੀ ਦਾ ਕੰਮ ਕੌਣ ਕਰਦਾ ਹੈ ਜਨਤਾ ਅਤੇ ਸਰਕਾਰ ਦੇ ਵਿਚਕਾਰ ਕੜੀ ਦਾ ਕੰਮ ਕੌਣ ਕਰਦਾ ਹੈ who acts as a link between as a public and government ਸਰਕਾਰ ਦੇ ਵਿੱਚ ਕੜੀ ਦਾ ਕੰਮ ਕੌਣ ਕਰੇਗਾ ਚੌਥੇ ਦੀ ਡੀ ਆਪਸ਼ਨ ਸਰਕਾਰੀ ਅਧਿਕਾਰੀ ਮਤਲਬ ਗਵਰਨਮੈਂਟ ਆਫੀਸ਼ੀਅਲਸ 5 ਨੰਬਰ ਭਾਰਤ ਦੇ ਕਿਹੜੇ ਪ੍ਰਧਾਨ ਮੰਤਰੀ ਦਾ ਸਭ ਤੋਂ ਲੰਬਾ ਕਾਰਜਕਾਲ ਹੈ ਭਾਰਤ ਦੇ ਕਿਹੜੇ ਪ੍ਰਧਾਨ ਮੰਤਰੀ ਦਾ ਲੌਂਗੈਸਟ ਟੈਨਿਓਰ ਐਜ਼ ਏ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਜ਼ ਇੰਜੋਇਡ ਬਾਈ ਪੰਜਵੇਂ ਦਾ ਕਿਹੜੇ ਪ੍ਰਧਾਨ ਮੰਤਰੀ ਦਾ ਸਭ ਤੋਂ ਲੰਬਾ ਕਾਰਜਕਾਲ ਹੈ ਪੰਜਵੇਂ ਦੀ ਪਹਿਲੀ ਆਪਸ਼ਨ ਪੰਡਿਤ ਜਵਾਹਰ ਲਾਲ ਨਹਿਰੂ ਜੀ ਛੇਵੇਂ ਦਾ ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਦਾ ਜ਼ਿਕਰ ਕਿਸ ਆਰਟੀਕਲ ਦੇ ਵਿੱਚ ਕੀਤਾ ਗਿਆ ਹੈ ਛੇਵੇਂ ਦਾ
The electoral procedure of the Vice President of India is mentioned under the article ठीक है जी 66। चौथी ऑप्शन ਮੰਤਰੀ-ਮੰਡਲ ਦੇ ਅਧੀਨ ਸਕੱਤਰੇਤ ਨੂੰ ਕੀ ਕਿਹਾ ਜਾਂਦਾ ਹੈ? The cabinet has a secretary under a ਮੰਤਰੀ-ਮੰਡਲ ਦੇ ਅਧੀਨ ਸਕੱਤਰੇਤ ਨੂੰ ਕੀ ਕਿਹਾ ਜਾਂਦਾ ਹੈ? ਸੱਤਵੇਂ ਦਾ ਬੱਚੇ ਸੱਤਵੇਂ ਦਾ ਡੀ ਆਪਸ਼ਨ ਸਕੱਤਰ ਜਨਰਲ। ਬਸ ਮੰਤਰੀ ਮੰਡਲ ਦੇ ਅਧੀਨ ਸਕੱਤਰੇਤ ਨੂੰ ਜਨਰਲ ਸਕੱਤਰ ਕਿਹਾ ਜਾਂਦਾ ਹੈ। ਠੀਕ ਹੈ, ਜਨਰਲ ਸੈਕਟਰੀ। 8 ਨੰਬਰ ਸੰਸਦੀ ਕਾਰਜਪਾਲਿਕਾ ਦੇ ਵਿੱਚ ਮੰਤਰੀ ਮੰਡਲ ਕਿਸ ਦੇ ਲਈ ਜ਼ਿੰਮੇਵਾਰ ਹੈ? ਇਨ ਪਾਰਲੀਮੈਂਟਰੀ ਐਗਜ਼ੀਕਿਊਟਿਵ ਕਾਉਂਸਿਲ ਆਫ ਮਿਨਿਸਟਰ ਇਜ਼ ਰਿਸਪੌਂਸਿਬਲ ਫॉर ਕਿਹਦੇ ਲਈ ਜ਼ਿੰਮੇਵਾਰ ਹੈ? 8ਵੇਂ ਦਾ ਸੀ ਆਪਸ਼ਨ। ਕੀ ਬਾਤ ਹੈ, ਥੈਂਕ ਯੂ ਸੋ ਮਚ ਇਸ ਟੈਸਟ ਦੇ ਵਿੱਚ ਮੇਰੇ ਨਾਲ ਬਣੇ ਰਹਿਣ ਦੇ ਲਈ। ਠੀਕ ਹੈ, ਹੁਣ ਆਪਾਂ 18 ਨੰਬਰ ਟੈਸਟ ਕਰਦੇ ਹਾਂ ਫੈਡਰਲਿਜ਼ਮ, ਸੰਘਵਾਦ, ਸੰਘਾਤਮਕ। ਇਹਦੇ ਨਾਲ ਸੰਬੰਧਿਤ ਜਿੰਨੇ ਕੁਐਸਚਨਸ ਨੇ ਉਹ ਕਰੋ। ਵੱਖਰੀ ਪ੍ਰਭੂ ਸੱਤਾ ਸੰਪੰਨ ਰਾਸ਼ਟਰੀ ਅਤੇ ਰਾਜ ਸਰਕਾਰਾਂ ਦੇ ਸੰਕਲਪ ਨੂੰ ਕੀ ਕਿਹਾ ਜਾਂਦਾ ਹੈ? ਵੱਖਰੀ ਪ੍ਰਭੂ ਸੱਤਾ ਸੰਪੰਨ ਰਾਸ਼ਟਰੀ ਅਤੇ ਰਾਜ ਸਰਕਾਰਾਂ ਦੇ ਸੰਕਲਪ ਦਾ ਕਨਸੈਪਟ ਆਫ ਸੈਪਰੇਟ ਸੋਵਰਨ ਨੈਸ਼ਨਲ ਐਂਡ ਸਟੇਟ ਗਵਰਨਮੈਂਟ ਇਜ਼ ਨੋਨ ਐਜ਼। ਪਹਿਲੇ ਦਾ ਬੱਚੇ no need to thank ਸਮਨ ਜੀ, it's my karma and my dharma। ਪਹਿਲੇ ਦਾ क्वेश्चन नंबर फर्स्ट ਦਾ ਦੂਜੀ ਆਪਸ਼ਨ ਫੈਡਰਲਿਜ਼ਮ, ਸੰਘਵਾਦ, ਬਿਲਕੁਲ ਸਹੀ। ਪਰਮਾਣੂ ਊਰਜਾ ਕਿਸ ਸੂਚੀ ਵਿੱਚ ਆਉਂਦੀ ਹੈ? ਪਰਮਾਣੂ ਊਰਜਾ ਕਿਸ ਸੂਚੀ ਦੇ ਵਿੱਚ ਆਉਂਦੀ ਹੈ? ਇਨ ਵਿਚ ਲਿਸਟ ਡਜ਼ ਐਟੋਮਿਕ ਐਨਰਜੀ ਕਮਸ ਇਨ? ਦੂਸਰੇ ਦਾ ਫਸਟ ਆਪਸ਼ਨ ਯੂਨੀਅਨ ਲਿਸਟ ਦੇ ਵਿੱਚ, ਬਿਲਕੁਲ ਸਹੀ। 3 ਨੰਬਰ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਆਪਣੇ ਭਾਸ਼ਾਈ ਪਛਾਣ ਦੇ ਕਾਰਨ ਨਹੀਂ ਬਣਾਇਆ ਗਿਆ ਸੀ? Which of the following state was not created due to its linguistic identity? ਕਿਹੜਾ ਰਾਜ ਆਪਣੀ ਭਾਸ਼ਾਈ ਪਛਾਣ ਦੇ ਕਾਰਨ ਨਹੀਂ ਬਣਾਇਆ ਗਿਆ ਸੀ? ਤੀਸਰੇ ਦਾ ਕੁਐਸਚਨ ਨੰਬਰ 3 ਦਾ ਤੀਜੇ ਦਾ ਬੱਚੇ ਚੌਥੇ ਤੇ ਕਿੱਥੇ ਪਹੁੰਚ ਗਏ? ਤੀਸਰੇ ਦਾ ਤਾਂ ਦੱਸੋ। ਚੌਥੇ ਦਾ ਸਹੀ ਹੈ ਬੱਚੇ ਜੰਮੂ ਕਸ਼ਮੀਰ। ਤੀਸਰੇ ਦਾ ਦੱਸੋ ਮੈਨੂੰ ਪਹਿਲਾਂ। ਸੀ ਆਪਸ਼ਨ, ਹਾਂ ਉੱਤਰਾਖੰਡ। ਭਾਰਤ ਦੇ ਕਿਸ ਰਾਜ ਦਾ ਆਪਣਾ ਸੰਵਿਧਾਨ ਸੀ? Which state of India has its own constitution? ਜੰਮੂ ਐਂਡ ਕਸ਼ਮੀਰ ਹੁਣ ਤਾਂ ਆਪਣੇ ਇੰਡੀਆ ਸ਼ਾਮਿਲ ਹੋ ਗਿਆ। ਪੰਜਵੇਂ ਦਾ ਭਾਰਤੀ ਸੰਵਿਧਾਨ ਦੀ ਧਾਰਾ 356 ਕਿਸ ਨਾਲ ਸੰਬੰਧਿਤ ਹੈ? ਭਾਰਤੀ ਸੰਵਿਧਾਨ ਦੀ ਧਾਰਾ 356 ਕਿਸ ਨਾਲ ਸੰਬੰਧਿਤ ਹੈ? 52 4 56 56 4 60 ਕੀ ਚੀਜ਼ ਨੇ? ਪੰਜਵੇਂ ਦਾ ਦੂਜੀ ਆਪਸ਼ਨ ਰਾਜ ਐਮਰਜੈਂਸੀ। ਹੇਠ ਦਿੱਤੇ ਲੇਖਾਂ ਵਿੱਚੋਂ ਕਿਹੜਾ ਇੱਕ ਭਾਰਤ ਨੂੰ ਰਾਜਾਂ ਦਾ ਸੰਘ ਘੋਸ਼ਿਤ ਕਰਦਾ ਹੈ? ਕਿਹੜਾ ਲੇਖ ਘੋਸ਼ਿਤ ਕਰਦਾ ਹੈ? 6ਵੇਂ ਦਾ ਵਿਚ ਵਨ ਆਫ ਦਾ ਫੋਲੋਇੰਗ ਆਰਟੀਕਲ ਡਿਕਲੇਅਰ ਇੰਡੀਆ ਇਜ਼ ਦ ਯੂਨੀਅਨ ਆਫ ਸਟੇਟਸ? 6ਵੇਂ ਦੀ ਪਹਿਲੀ ਆਪਸ਼ਨ ਲੇਖ 1। ਕੀ ਬਾਤ ਹੈ। 7ਵੇਂ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸ਼ਾ ਭਾਰਤੀ ਸੰਘੀ ਸਿਸਟਮ ਦੀ ਵੰਡ ਦਾ ਆਧਾਰ ਨਹੀਂ ਬਣਦਾ? 7ਵੇਂ ਦਾ ਕੁਐਸਚਨ ਨੰਬਰ 7 ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸ਼ਾ ਸ਼ਕਤੀ ਦੀ ਵੰਡ ਦਾ ਆਧਾਰ ਨਹੀਂ ਬਣਦਾ? 7ਵੇਂ ਦੀ ਸੀ ਆਪਸ਼ਨ ਸੰਸਦੀ ਸੂਚੀ। ਕੁਐਸਚਨ ਨੰਬਰ 8 ਕਹਿੰਦਾ ਵਿਚ ਵਨ ਆਫ ਦਾ ਫੋਲੋਇੰਗ ਆਰਟੀਕਲ ਜਿਹੜੇ ਹੇਠਾਂ ਆਰਟੀਕਲ ਦਿੱਤੇ ਹੋਏ ਇਸਨੇ ਅਥੋਰਾਈਜ਼ ਦਾ ਪਾਰਲੀਮੈਂਟ ਟੂ ਪ੍ਰੋਟੈਸਟ ਪਰਸਨ ਇਨ ਦਾ ਸਰਵਿਸ ਆਫ ਦਾ ਯੂਨੀਅਨ ਔਰ ਏ ਸਟੇਟ ਇਨ respect of any action taken by them during martial law to maintain or restore order। ਕਹਿੰਦਾ ਹੇਠ ਦਿੱਤੇ ਆਰਟੀਕਲ ਦੇ ਵਿੱਚੋਂ ਵਿਅਕਤੀਆਂ ਦੀ ਸੁਰੱਖਿਆ ਦੇ ਲਈ ਅਧਿਕਾਰਿਤ ਕਰਦਾ ਹੈ। ਕਿਹੜਾ ਆਰਟੀਕਲ ਹੈ ਜਿਹੜਾ ਵਿਅਕਤੀਆਂ ਦੀ ਸੁਰੱਖਿਆ ਦੇ ਲਈ ਅਧਿਕਾਰਿਤ ਕੀਤਾ ਗਿਆ ਹੈ? ਠੀਕ ਹੈ, ਯੂਨੀਅਨ ਜਾਂ ਰਾਜ ਦੀ ਸੇਵਾ ਦੇ ਵਿੱਚ। ਬਤਾਓ ਕੁਐਸਚਨ ਨੰਬਰ 8 ਦਾ। ਕੁਐਸਚਨ ਨੰਬਰ 8 ਦਾ ਬੱਚੇ ਸੀ ਆਪਸ਼ਨ 33 ਤੇ 34 ਬਿਲਕੁਲ ਸਹੀ। ਕੀ ਬਾਤ ਹੈ। ਰੇਲਵੇ ਵਿਸ਼ਾ ਕਿਹੜੀ ਸੂਚੀ ਦੇ ਵਿੱਚ ਆਉਂਦਾ ਹੈ? 9ਵੇਂ ਦਾ ਰੇਲਵੇ ਵਿਸ਼ਾ ਕਿਹੜੀ ਸੂਚੀ ਦੇ ਵਿੱਚ ਆਉਂਦਾ ਹੈ? 9ਵੇਂ ਦਾ ਇਨ ਵਿਚ ਲਿਸਟ ਡਜ਼ ਰੇਲਵੇ ਕਮਸ? 10ਵੇਂ ਦੀ 9ਵੇਂ ਦੀ ਪਹਿਲੀ ਆਪਸ਼ਨ ਬਿਲਕੁਲ ਸਹੀ ਯੂਨੀਅਨ ਲਿਸਟ। USSR ਕਦੋਂ ਵਿਖੰਡਿਤ ਹੋਇਆ ਸੀ? 10ਵੇਂ ਦਾ ਵੀ ਆਨਸਰ ਦੇਤਾ ਪਹਿਲੀ ਆਪਸ਼ਨ। ਕੀ ਬਾਤ ਹੈ ਬੇਅੰਤ ਜੀ। 11 ਦਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਲਾਉਣ ਲਈ ਕਿਹੜੀ ਸਰਕਾਰ ਕੋਲ ਵਿਸ਼ੇਸ਼ ਸ਼ਕਤੀਆਂ ਹਨ? 11 ਦਾ ਕੁਐਸਚਨ ਨੰਬਰ 11 ਦਾ ਵਿਚ ਗਵਰਨਮੈਂਟ ਹੈਜ਼ ਸਪੈਸ਼ਲ ਪਾਵਰ ਇਨ ਰਨਿੰਗ ਯੂਨੀਅਨ ਟੈਰੀਟਰੀਜ਼? 11 ਦਾ ਪਹਿਲੀ ਆਪਸ਼ਨ ਬਿਲਕੁਲ ਸਹੀ। ਲਵਪ੍ਰੀਤ ਜੀ ਬਿਲਕੁਲ ਸਹੀ ਹੈ 11 ਦਾ।
ਕੇਂਦਰੀ ਸਰਕਾਰ। 12 ਦਾ ਪੰਚਾਇਤੀ ਰਾਜ ਦੀ ਪ੍ਰਣਾਲੀ ਵਿੱਚ ਕੀ ਸ਼ਾਮਿਲ ਹੈ? ਪੰਚਾਇਤੀ ਰਾਜ ਪ੍ਰਣਾਲੀ ਵਿੱਚ ਕੀ ਸ਼ਾਮਿਲ ਹੈ? 12 ਦਾ ਚੌਥੀ ਆਪਸ਼ਨ ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ। 에ਅਰਵੇਜ਼ ਕਿਸ ਸੂਚੀ ਦੇ ਵਿੱਚ ਆਉਂਦਾ ਹੈ? 13 ਦਾ ਕੁਐਸਚਨ ਨੰਬਰ 13 ਇਨ ਵਿਚ ਲਿਸਟ ਡਸ 에ਅਰਵੇਜ਼ ਕਮਸ। 에ਅਰਵੇਜ਼ ਕਿਹੜੀ ਸੂਚੀ ਦੇ ਵਿੱਚ ਆ ਜਾਂਦਾ ਹੈ? 13 ਦਾ ਯੂਨੀਅਨ ਲਿਸਟ ਦੇ ਵਿੱਚ। ਬਿਲਕੁਲ ਸਹੀ। ਭਾਰਤ ਦਾ ਸੰਵਿਧਾਨ ਨਾ ਤਾਂ ਪੂਰੀ ਤਰ੍ਹਾਂ ਸੰਘੀ ਹੈ ਨਾ ਇਕਸਾਰ ਹੈ, ਪਰ ਇਹ ਇੱਕ ਹੈ। ਦੋਵਾਂ ਦਾ ਸੁਮੇਲ ਹੈ। ਠੀਕ ਹੈ। ਇਹ ਧਾਰਨਾ ਕਿਸ ਨੇ ਦਿੱਤੀ ਹੈ? ਇਹ ਧਾਰਨਾ ਕਿਸ ਨੇ ਦਿੱਤੀ ਹੈ? 14 ਦਾ ਕੁਐਸਚਨ ਨੰਬਰ 14 ਦਾ ਕਹਿੰਦਾ the constitution of India is neitherly pure federal nor unitary but it is a combination of both। ठीक है। this state whose give the quotation is given by किन्ने ਦਿੱਤੀ है? डी ਬਾਸੂ ਨੇ। ਦੂਜੀ ਆਪਸ਼ਨ डी ਬਾਸੂ ਨੇ ਦਿੱਤੀ ਹੈ। ਇਹ ਸਟੇਟਮੈਂਟ 14 ਦਾ। ਦੂਜਾ ਸੰਘੀ ਪ੍ਰਣਾਲੀ ਦਾ ਮੁੱਖ ਉਦੇਸ਼ ਡੈਸ਼ ਹੈ। ਸੰਘੀ ਪ੍ਰਣਾਲੀ ਦਾ ਮੁੱਖ ਉਦੇਸ਼ ਡੈਸ਼ ਹੈ। The main objective of federal system is to dash। 15 ਦਾ 15 ਦੀ ਬੱਚੇ ਪਹਿਲੀ ਆਪਸ਼ਨ ਖੇਤਰੀ ਵਿਭਿੰਨਤਾ ਨੂੰ ਅਨੁਕੂਲਿਤ ਕਰੋ। 15 ਦਾ ਕੁਐਸਚਨ ਨੰਬਰ ਫਸਟ ਅਕਮੋਡੇਟ ਰੀਜਨਲ ਡਾਇਵਰਸਿਟੀ। ਚਲੋ 16 ਨੰਬਰ ਕੋਈ ਵੀ ਮਾਮਲਾ ਜਿਸ ਦਾ ਕਿਸੇ ਵੀ ਸੂਚੀ ਦੇ ਵਿੱਚ ਜ਼ਿਕਰ ਨਹੀਂ ਆਉਂਦਾ ਉਸ ਨੂੰ ਕਿਹੜੀ ਸੂਚੀ ਦੇ ਵਿੱਚ ਰੱਖਿਆ ਜਾਂਦਾ ਹੈ? ਐਨੀ ਮੈਟਰ that is not mentioned in any of the list come under which list। 16 ਦਾ ਡੀ ਆਪਸ਼ਨ ਰੈਜ਼ਿਡਰੀ ਪਾਵਰ। ਠੀਕ ਹੈ। ਬਾਕੀ ਬਚੀ ਸ਼ਕਤੀਆਂ। ਕਿਹੜਾ ਕਾਰਕ ਸੰਘੀ ਪ੍ਰਣਾਲੀ ਦਾ ਕੇਂਦਰੀਕਰਨ ਨਹੀਂ ਕਰਦਾ? 17 ਦਾ which factor does not centralize the federal system। ਕਿਹੜਾ ਕਾਰਕ which factor does not centralize the federal system। ਕਿਹੜਾ ਕਾਰਕ ਸੰਘੀ ਪ੍ਰਣਾਲੀ ਦਾ ਕੇਂਦਰੀਕਰਨ ਨਹੀਂ ਕਰਦਾ? ਦੂਜਾ ਆਪਸ਼ਨ 17 ਦਾ ਬਿਲਕੁਲ ਸਹੀ। ਮੁੱਖ ਮੰਤਰੀ। ਸੰਵਿਧਾਨ ਅਨੁਸਾਰ ਭਾਰਤ ਇੱਕ ਡੈਸ਼ ਹੈ। 18 ਦਾ ਅਕੋਰਡਿੰਗ ਟੂ the Indian Constitution India is a 18 ਦਾ ਸੀ ਆਪਸ਼ਨ ਰਾਜਾਂ ਦਾ ਸੰਘ ਯੂਨੀਅਨ ਆਫ ਸਟੇਟਸ ਹੈ। ਕੁਆਸੀ ਫੈਡਰਲ ਤਾਂ ਹੈਗਾ ਪਰ ਇਹ ਯੂਨੀਅਨ ਆਫ ਸਟੇਟਸ ਹੈ। 18 ਦਾ ਸੀ ਆਪਸ਼ਨ ਰਾਜਾਂ ਦਾ ਸੰਘ। ਜੇ ਆਪਸ਼ਨ ਚ ਲਿਖੀ ਹੁੰਦੀ ਇੰਗਲਿਸ਼ ਚ ਸ਼ਾਇਦ ਤੁਸੀਂ ਪਛਾਣ ਲੈਣੀ ਸੀ। ਇਬਾਦਨ ਸੰਵਿਧਾਨੀ ਕਾਨਫਰੰਸ ਕਦੋਂ ਹੋਈ ਸੀ? ਇਬਾਦਨ ਸੰਵਿਧਾਨੀ ਕਾਨਫਰੰਸ ਕਦੋਂ ਹੋਈ ਸੀ? ਵੈਨ ਵਾਜ਼ ਇਬਾਦਨ constitutional conference held। 19 ਦਾ ਬੱਚੇ ਇਬਾਦਨ ਸੰਵਿਧਾਨੀ ਕਾਨਫਰੰਸ ਕਦੋਂ ਹੋਈ ਸੀ? 19 ਦਾ ਦੂਜੀ ਆਪਸ਼ਨ 1950 ਦੇ ਵਿੱਚ। ਵਿਚ ਵਨ ਆਫ ਦਾ ਫੋਲੋਇੰਗ ਆਰਟੀਕਲ। ਅੱਛਾ ਇਹ ਕੁਐਸਚਨ ਸੇਮ ਆ ਗਿਆ 33 ਤੇ 34 ਇਹਦੀ ਤੁਸੀਂ ਆਨਸਰ ਪਹਿਲੇ ਦੇ ਹੀ ਦਿੱਤਾ ਸੀ 20ਵੇਂ ਦਾ। ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਆਰਟੀਕਲ ਹੈ ਜਿਹੜਾ ਵਿਅਕਤੀਆਂ ਦੀ ਸੁਰੱਖਿਆ ਦੇ ਲਈ ਅਧਿਕਾਰਿਤ ਹੈ? 33 ਤੇ 34। 20ਵੇਂ ਦਾ ਸੀ ਆਪਸ਼ਨ। ਰਾਜਾਂ ਦਾ ਪੁਨਰਗਠਨ ਕਮੇਟੀ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 21 ਦਾ ਵੈਨ ਵਾਜ਼ ਦਾ ਸਟੇਟ ਰੀਆਰਗੇਨਾਈਜੇਸ਼ਨ ਕਮੇਟੀ ਸੈਟਅਪ। ਰਾਜ ਪੁਨਰਗਠਨ ਕਮੇਟੀ ਦੀ ਸਥਾਪਨਾ 1954 ਵਿੱਚ ਕੀਤੀ ਗਈ ਸੀ। ਬਿਲਕੁਲ ਸਹੀ। ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤੀ ਸੰਘ ਦੀ ਵਿਸ਼ੇਸ਼ਤਾ ਨਹੀਂ ਹੈ? ਇੰਡੀਅਨ ਕਨਸਟੀਟਿਊਸ਼ਨ ਦੀ ਇਹਦੇ ਵਿੱਚੋਂ ਕਿਹੜੀ ਵਿਸ਼ੇਸ਼ਤਾ ਨਹੀਂ ਹੈਗੀ? ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਏ ਫੀਚਰ ਆਫ ਇੰਡੀਅਨ ਕਨਸਟੀਟਿਊਸ਼ਨ। ਇੰਡੀਅਨ ਫੈਡਰੇਸ਼ਨ। ਇੰਡੀਅਨ ਕਨਸਟੀਟਿਊਸ਼ਨ ਨਹੀਂ ਇੰਡੀਅਨ ਫੈਡਰੇਸ਼ਨ। 22 ਦਾ ਡੀ ਆਪਸ਼ਨ ਬਿਲਕੁਲ ਸਹੀ ਹੈ। ਸਭ ਦੇ ਆਨਸਰ ਸਹੀ ਨੇ। ਹੇਠ ਦਿੱਤੇ ਵਿੱਚੋਂ ਕਿਹੜਾ ਇੱਕ ਭਾਰਤ ਨੂੰ ਯੂਨੀਅਨ ਆਫ ਸਟੇਟਸ ਕਿਹੜਾ ਲੇਖ ਭਾਰਤ ਨੂੰ ਯੂਨੀਅਨ ਆਫ ਸਟੇਟਸ ਘੋਸ਼ਿਤ ਕਰਦਾ ਹੈ? 23 ਦਾ ਵਿਚ ਆਰਟੀਕਲ ਡਿਕਲੇਅਰਡ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ। ਠੀਕ ਹੈ ਜੀ। 23 ਦੀ ਫਸਟ ਆਪਸ਼ਨ ਭਾਰਤ ਵਿੱਚ ਰਾਜਾਂ ਦੀ ਗਿਣਤੀ ਕਿੰਨੀ ਹੈ? ਭਾਰਤ ਵਿੱਚ ਨੰਬਰ ਆਫ ਸਟੇਟਸ ਇਨ ਇੰਡੀਆ ਆਰ। ਦੂਸਰੀ ਆਪਸ਼ਨ 24 ਦਾ ਦੂਜੀ ਆਪਸ਼ਨ ਕਿਆ ਬਾਤ ਹੈ। ਬਿਲਕੁਲ ਸਹੀ। ਸਭ ਦੇ ਆਨਸਰ ਸਹੀ ਨੇ। 25 ਉਹ ਵਿਸ਼ੇ ਜੋ ਸੰਘ ਰਾਜ ਅਤੇ ਸੰਵਰਤੀ ਸੂਚੀ ਦੇ ਵਿੱਚ ਸ਼ਾਮਿਲ ਨਹੀਂ ਆਉਂਦੇ ਡੈਸ਼ ਦੇ ਅਧੀਨ ਆ ਜਾਂਦੇ ਹਨ। ਡੈਸ਼ ਦੇ ਅਧੀਨ ਆ ਜਾਂਦੇ ਹਨ। 25 ਦਾ ਸੀ ਆਪਸ਼ਨ ਰੈਜ਼ਿਡਰੀ ਪਾਵਰ ਦੇ ਅਧੀਨ ਆ ਜਾਂਦੇ ਹਨ। ਬਾਕੀ ਬਚੀ ਸ਼ਕਤੀਆਂ ਦੇ ਅਧੀਨ ਆ ਜਾਂਦੇ ਹਨ। ਇਨ ਏ ਹੋਲਡਿੰਗ ਟੂਗੈਦਰ ਫੈਡਰੇਸ਼ਨ। ਇਨ ਏ ਹੋਲਡਿੰਗ ਟੂਗੈਦਰ ਫੈਡਰੇਸ਼ਨ। 26 ਦਾ ਕੁਐਸਚਨ ਨੰਬਰ 26 ਦਾ ਕਹਿੰਦਾ ਇੱਕ ਹੋਲਡਿੰਗ ਟੂਥ ਫੈਡਰੇਸ਼ਨ ਦੇ ਵਿੱਚ ਦੇਖੋ ਕਿਹੜੀ ਚੀਜ਼ ਹੈ?
ਪਹਿਲੀ ਆਪਸ਼ਨ ਦੇ ਵਿੱਚ ਕਹਿ ਰਿਹਾ ਹੈ ਇੱਕ ਸੰਵਿਧਾਨਿਕ ਰਾਜ ਅਤੇ ਰਾਜਾਂ ਦੇ ਵਿਚਕਾਰ ਵੰਡਦਾ ਹੈ, ਸ਼ਕਤੀਆਂ ਦੀ ਵੰਡ ਸੰਵਿਧਾਨਿਕ ਅਤੇ ਰਾਜਾਂ ਦੇ ਵਿਚਕਾਰ ਹੁੰਦੀ ਹੈ, ਸਹੀ ਹੈ। ਪਹਿਲੀ ਤਾਂ ਬੀ ਸਹੀ ਹੈ, ਕੇਂਦਰ ਸਰਕਾਰ ਰਾਜਾਂ ਦੇ ਮੁਕਾਬਲੇ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ, ਇਹ ਵੀ ਸਹੀ ਹੈ। ਦ ਸੈਂਟਰਲ ਗਵਰਨਮੈਂਟ ਟੈਂਡਸ ਟੂ ਬੀ ਮੋਰ ਪਾਵਰਫੁਲ, ਠੀਕ ਹੈ ਜੀ, ਵਰਸਿਸ ਸਟੇਟ, ਬਿਲਕੁਲ ਸਹੀ ਹੈ। सी ऑप्शन ऑल द कॉन्स्टिट्यूशन स्टेट यूजुअली हैव इक्वल पावर, ये गलत है। कॉन्स्टिट्यूएंट स्टेट्स हैव अनइक्वल पावर्स, संविधानिक राजा कोल असमान शक्तियां, ये भी सही है। 26 दी डी ऑप्शन, ए भी सही है, बी भी सही है ते डी भी सही है। 27 नंबर केंद्र सरकार ने ਜਾਂਚ ਕਰਨ ਦੇ ਲਈ ਕਿਹੜਾ ਕਮਿਸ਼ਨ ਨਿਯੁਕਤ ਕੀਤਾ ਸੀ? ਕੇਂਦਰ ਰਾਜ ਸਬੰਧਾਂ ਦੇ ਨਾਲ ਸੰਬੰਧਿਤ ਮੁਕੱਦਮੇ ਦੇ ਉੱਤੇ। ਕੇਂਦਰ ਰਾਜਾਂ ਨਾਲ ਸੰਬੰਧਿਤ ਕਿਹੜਾ ਮੁੱਦਾ ਹੈ? 27 ਦਾ ਸੀ ਆਪਸ਼ਨ ਸਰਕਾਰੀਆ ਕਮਿਸ਼ਨ। ਕਿੰਨੀ ਭਾਰਤੀ ਆਬਾਦੀ ਮਾਤ ਭਾਸ਼ਾ ਹਿੰਦੀ ਹੈ? ਭਾਰਤ ਦੇ ਵਿੱਚੋਂ ਜਿਹੜੀ ਕਿੰਨੀ ਆਬਾਦੀ ਹੈ ਜਿੰਦੀ ਮਾਤ ਭਾਸ਼ਾ ਹਿੰਦੀ ਹੈ? 28 ਦਾ ਬੱਚੇ ਸੀ ਆਪਸ਼ਨ 40%, ਬਿਲਕੁਲ ਸਹੀ। ਇਨ ਕੇਸ ਆਫ ਕਲੈਸ਼ ਬਿਟਵੀਨ the laws made by the center and a state on a subject in the concurrent list। 29 ਦਾ ਕੇਂਦਰ ਅਤੇ ਰਾਜਾਂ ਦੁਆਰਾ ਬਣਾਏ ਗਏ ਕਾਨੂੰਨਾਂ ਦੇ ਵਿੱਚ ਟਕਰਾਅ ਦੇ ਮਾਮਲੇ ਵਿੱਚ ਸਮਵਰਤੀ ਵਿਸ਼ੀ ਸੂਚੀ ਦੇ ਵਿੱਚ ਕਿਹੜਾ ਵਿਸ਼ਾ ਆਉਂਦਾ ਹੈ? बताओ भाई। 29 ਦਾ दूजी ऑप्शन सेंट्रल लॉ प्रिवेल्स, केंद्रीय कानून प्रचलित है। 30 ਦਾ ਭਾਰत ਦਾ ਸੰਵਿਧਾਨ ਡੈਸ਼ ਹੈ, ਦੱਸੋ ਭਾਰਤ ਦਾ ਸੰਵਿਧਾਨ ਕੀ ਕਰਦਾ ਹੈ? 30ਵੇਂ ਦਾ ਸੈਂਟਰ ਦਾ ਰੂਲ ਲੱਗਿਆ ਹੋਇਆ 249 ਆਰਟੀਕਲ। ਭਾਰਤ ਦਾ ਸੰਵਿਧਾਨ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਨੂੰ 3 ਸੂਚੀਆਂ ਦੇ ਵਿੱਚ ਵੰਡਦਾ ਹੈ, ਠੀਕ ਹੈ ਜੀ। 30ਵੇਂ ਦੀ ਪਹਿਲੀ ਆਪਸ਼ਨ। ਚਲੋ ਇਸ ਤੋਂ ਬਾਅਦ ਥੈਂਕ ਯੂ ਸੋ ਮਚ। ਇਸ ਟੈਸਟ ਦੇ ਵਿੱਚ ਮੇਰੇ ਨਾਲ ਜੁੜੇ ਰਹਿਣ ਦੇ ਲਈ। ਲਗਭਗ ਸਾਰੇ ਕੁਐਸਚਨ ਤੁਹਾਡੇ ਸਹੀ ਸੀ, ਇੱਕ ਅੱਧਾ ਹੀ ਕੋਈ ਬਾਈ ਮਿਸਟੇਕ, ਠੀਕ ਹੈ। ਜਿਵੇਂ ਯੂਨੀਅਨ ਆਫ ਸਟੇਟਸ ਜੀ ਇੰਗਲਿਸ਼ ਆਪਸ਼ਨ ਹੁੰਦੀ ਸ਼ਾਇਦ ਤੁਸੀਂ ਲਾ ਲੈਣਾ ਸੀ। 19 ਨੰਬਰ ਟੈਸਟ ਕਰਦੇ ਹਾਂ ਹੁਣ ਆਪਾਂ ਜੁਡੀਸ਼ਰੀ।